11th numerical चो नहीं क्या वा in the potentiometer circuit shown in the figure balance point with resistance 10 ohm ठीक है जी when switch S1 is closed and S2 is open is 50 centimeter आ सिर्फ दिखाने ਲਈ क्योंकि फिगर ਦੀ ਲੈਂਥ ਵੱਧ ਰਹੀ ਸੀ ਇਸ ਲਈ ਪੁਆਇੰਟ ਐਂਡ ਦੇ ਨੀਅਰ ਬਾਈ ਦਿਖਾਏ ਆ ਪਰ ਇਹਦਾ ਇਹ ਕਿਤੇ ਮਤਲਬ ਨਹੀਂ ਇਹ ਐਂਡ ਪੁਆਇੰਟ ਆ ਉਹਨੇ ਤਾਂ ਨਹੀਂ ਕਿਹਾ ਕਿ ਵੀ ਜਦੋਂ ਆ 10 ਓਮ ਦੀ ਰੈਜ਼ਿਸਟੈਂਸ ਸਰਕਟ ਚ ਲਗਾਵਾਂਗਾ S1 ਸਵਿਚ ਨੂੰ ਪ੍ਰੈਸ ਕਰਾਂ ਤੇ S2 ਕੀ ਨੂੰ ਓਪਨ ਰੱਖਾਂ ਉਸ ਮੂਵਮੈਂਟ ਤੇ ਜੌਕੀ ਜਦੋਂ ਮੈਂ ਵਾਇਰ ਤੇ ਮੂਵ ਕਰਦਾ ਜਾਊਂਗਾ ਤੇ ਜਦੋਂ ਜੌਕੀ ਐਸਐਚ ਇਸ ਵਾਇਰ ਦੇ 50 ਸੈਂਟੀਮੀਟਰ ਤੇ ਪਹੁੰਚੇਗੀ ठीक है तो उदों एसएच गैल्वेनोमीटर दी डिफ्लेक्शन 0 हो जानी उस तो बाद उन्हें सेकंड कंडीशन च कह दिता कहना जी नेक्स्ट कंडीशन च उन्हें क्या वा कहना while सेकंड टाइम कहना while that S2 is closed and S1 is open दूजी वारी S2 ਨੂੰ क्लोज ਕੀਤਾ ਤੇ S1 ओपन कर लिया उदों फिर आ 10 ओम ते X ओम ये दोनों मेरे सीरीज च जुड़ गईਆਂ ਤੇ ਉਹਦੇ ਕਰਕੇ ਉਹਨੇ ਕਿਹਾ ਜੀ ਉਦੋਂ ਬੈਲੈਂਸ ਪੁਆਇੰਟ ਜਿਹੜਾ ਆਂਦਾ ਦੂਜੀ ਵਾਲੀ ਦੇ ਕੇਸ ਦੇ ਅੰਦਰ ਉਹ 60 ਸੈਂਟੀਮੀਟਰ ਤੇ ਆਂਦਾ ਯਾਨੀ ਜੇ ਮੈਂ ਜੌਕੀ ਫੇਰ ਵਾਇਰ ਤੇ ਮੂਵ ਕਰਦਾ ਜਾਵਾਂ ਜੇ A ਤੋਂ ਲੈ ਕੇ J ਤੱਕ ਦੀ ਲੈਂਥ 50 ਸੈਂਟੀਮੀਟਰ ਆ ਤੇ ਦੂਜੀ ਵਾਲੀ A ਤੋਂ ਲੈ ਕੇ J ਡੈਸ਼ ਤੱਕ ਦੀ ਲੈਂਥ 60 ਸੈਂਟੀਮੀਟਰ ਆ ਕਿਆ ਇੰਨੀ ਗੱਲ ਕਲੀਅਰ ਆ Yes, sir. Yes, sir. ਹੁਣ ਉਹਨੇ ਆਪਣੇ ਕੁਐਸਚਨ ਜੇ ਕਿਹਾ ਵਾ ਕਿ ਜੀ ਐਸਐਚ ਵਾਟ ਇਜ਼ ਦਾ ਵੈਲਿਊ ਆਫ x ਇਹ ਫਿਰ ਦੱਸੋ ਕਿ ਵੀ ਇਹਨਾਂ ਦੋ ਕੰਡੀਸ਼ਨਾਂ ਦੀ ਹੈਲਪ ਨਾਲ x ਕਿੰਨਾ ਹੋਏਗਾ ਦੂਜੀ ਗੱਲ ਉਸ ਤੋਂ ਬਾਅਦ ਉਹਨੇ ਕਿਹਾ ਜੀ what will you do if you fail to find a balance point with the given cell E dash ਆ ਜਿਹੜਾ E dash ਵਾਲਾ ਸੈੱਲ ਲਾਇਆ ਜੇ ਬੈਲੈਂਸ ਪੁਆਇੰਟ ਇਸ ਵੇਲੇ ਇੱਥੇ ਐਂਡ ਤੱਕ ਵੀ ਪਹੁੰਚ ਗਏ ਆਪਾਂ ਜੌਕੀ ਨੂੰ ਲੈ ਕੇ ਜੇ ਬੈਲੈਂਸ ਪੁਆਇੰਟ ਨਹੀਂ ਆਇਆ ਤਾਂ ਫਿਰ ਤੁਸੀਂ ਕੀ ਕਰੋਗੇ ਉਹਦੀ ਗੱਲ ਬਾਅਦ ਚੋਂ ਕਰਦਾ ਪਹਿਲਾਂ ਪਹਿਲੇ ਪਾਰਟ ਚੋਂ ਨੇ ਜੋ ਕਿਹਾ ਵਾ ਤੁਹਾਡੇ ਕੋਲ ਕਿ ਜਦੋਂ ਆ ਕੀ ਪ੍ਰੈਸ ਕੀਤੀ ਅਸੀਂ S1 ਠੀਕ ਹੈ ਔਰ ਆ S2 ਮੇਰੀ ਓਪਨ ਤੇ ਇਸ ਸੈੱਲ ਦਾ ਕਰੰਟ ਜਿਹੜਾ ਵਾ ਜਦੋਂ ਇਸ ਪੋਰਸ਼ਨ ਚੋਂ ਫਲੋ ਕਰਨਾ ਤੇ ਉਸ ਇਨਸਟੈਂਟ ਤੇ ਇੰਨੇ ਪੋਰਸ਼ਨ ਦੇ ਅੰਦਰ ਜਿੱਥੇ ਬੈਲੈਂਸ ਆਇਆ ਵਾ ਉਹਦੇ ਵਿੱਚ L1 ਦੀ ਲੈਂਥ ਹੋਣੀ ਕਹੀ ਹੈ ਜੀ 50 ਸੈਂਟੀਮੀਟਰ ਆ ਔਰ ਜਦੋਂ ਤੁਸੀਂ S2 ਪ੍ਰੈਸ ਕੀਤੀ ਤੇ S1 ਓਪਨ ਰੱਖੀ ਉਦੋਂ ਦੂਜੀ ਵਾਲੀ ਬੈਲੈਂਸ ਪੁਆਇੰਟ ਜਿਹੜਾ ਉਹ 60 ਸੈਂਟੀਮੀਟਰ ਤੇ ਆਇਆ ਹੁਣ ਆਪਣੇ ਕੋਲ ਇੱਕ ਪ੍ਰੋਪਰਟੀ ਸਰਵਿਸ ਨੂਮੈਰੀਕਲ ਨੂੰ ਕਰਨ ਲੱਗੇ ਚਾਹੀਦੀ ਹੈ ਕਿ ਜਿਹੜਾ ਫਾਲ ਆਫ ਪੋਟੈਂਸ਼ੀਅਲ ਆ ਯਾਨੀ ਜਿਹੜੀ ਵੋਲਟੇਜ AJ ਵਾਇਰ ਦੇ ਅਕ੍ਰੋਸ ਆਏਗੀ ਠੀਕ ਹੈ ਐਸਐਚ ਡਰਾਈਵਰ ਸੈੱਲ ਦੀ ਉਹ ਵੋਲਟੇਜ ਮੇਰੀ ਬੈਲੈਂਸ ਹੋਏਗੀ ਕਿਹਦੇ ਨਾਲ ਕਹਿੰਦਾ ਜੀ ਜਿਹੜੀ ਵੋਲਟੇਜ ਇਸ 10 ਓਮ ਰੈਜ਼ਿਸਟੈਂਸ ਦੇ ਅਕ੍ਰੋਸ ਕਿਉਂਕਿ 10 ਓਮ ਤੋਂ ਬਾਅਦ ਇਸ ਪੂਰੇ ਪੋਰਸ਼ਨ ਦੇ ਅੰਦਰ ਹੋਰ ਕੋਈ ਰੈਜ਼ਿਸਟੈਂਸ ਨਹੀਂ ਹੈਗੀ ਇਹਦਾ ਮਤਲਬ ਜਿਹੜੀ ਵੋਲਟੇਜ ਇਸ ਸੈੱਲ E ਡੈਸ਼ ਵਾਲੇ ਦੀ ਇਸ 10 ਓਮ ਰੈਜ਼ਿਸਟੈਂਸ ਚ ਬਣੂਗੀ ਤੇ ਜਿਹੜੀ ਵੋਲਟੇਜ A ਤੋਂ ਲੈ ਕੇ J ਵਾਇਰ ਦੇ ਅਕ੍ਰੋਸ ਡਰਾਈਵਰ ਸੈੱਲ ਦੀ ਬਣੂਗੀ ਇਹ ਦੋਨੋਂ ਵੋਲਟੇਜ ਆਪਸ ਚ ਇਕੁਅਲ ਆ ਜੇ ਗੈਲਵੇਨੋਮੀਟਰ ਦੀ ਡਿਫਲੈਕਸ਼ਨ 0 ਆ ਕਿਆ ਇੰਨੀ ਗੱਲ ਸਮਝ ਲੱਗਦੀ ਪਈ Yes, sir. Yes, sir. ਫਿਰ ਆਪਾਂ ਇਹਦਾ ਲਿਖਦੇ ਅਕੋਰਡਿੰਗ ਟੂ ਕੁਐਸਚਨ ਆਪਣੇ ਕੋਲ ਕੰਡੀਸ਼ਨ ਇਹ ਹੋਏਗੀ VAJ it should be equal to ਆ ਸਰਕਟ ਚ ਜਿਹੜਾ ਕਰੰਟ ਜਾ ਰਿਹਾ ਇਸ E ਡੈਸ਼ ਵਾਲੇ ਸੈੱਲ ਦਾ ਇਹ I ਮੰਨ ਲਓ ਠੀਕ ਹੈ ਤੇ I ਕਰੰਟ ਜਦੋਂ 10 ਓਮ ਚ ਨਿਕਲਿਆ R ਮੇਰਾ 10 ਆ ਤੇ ਜਿਹੜੀ ਵੋਲਟੇਜ ਇਸ 10 ਓਮ ਰੈਜ਼ਿਸਟੈਂਸ ਬਣੀ ਉਹਦੀ ਵੈਲਿਊ I into 10 ਆ ਜਾਓ Yes, sir. Yes, sir. ਇਹਦਾ ਮਤਲਬ ਜਿਹੜੀ A ਤੋਂ J ਦੇ ਵਿੱਚ ਵੋਲਟੇਜ ਹੈ ਤੇ ਦੂਜੇ ਪਾਸੇ ਜਿਹੜੀ S ਜਿੱਥੇ I into 10 ਦੀ ਵੋਲਟੇਜ ਆ ਇਹ ਆਪਸ ਵਿੱਚ ਇਕੁਅਲ ਆ ਬਟ VAJ ਦੀ ਜੇ ਵੈਲਿਊ ਭਰੀਏ ਠੀਕ ਹੈ ਤੇ ਉਹਦੀ ਵੈਲਿਊ ਹੁੰਦੀ KL1 ਠੀਕ ਹੈ ਯਾਨੀ ਜਿਹੜੀ ਵੋਲਟੇਜ A ਤੋਂ ਲੈ ਕੇ J ਦੇ ਅਕ੍ਰੋਸ ਆਈ ਆ ਉਹਨੂੰ ਅਸੀਂ SH ਇਸ ਵਾਇਰ ਦੀ ਲੈਂਥ ਦੀ ਫਾਰਮ ਚ ਲਿਖਣਾ ਤੇ VAJ KL1 अपना इस वे इतने लिख के चलिए तो अपने को आ जाऊगा K into 50 सेंटीमीटर के मीटर बनाने बना लो एदा भी चला लूंगे तो न्यूमेरिकल सॉल्व एज सच हो जाना आ मेरी पहली कंडीशन क्वेश्चन च ते देयरफॉर VAJ दियां जे दोनों वैल्यू इक्वेट करना ते अपने को आ गया K into 50 इक्वल टू I into 10 आ फर्स्ट इक्वेशन क्लियर है Yes, sir. Yes, sir. सिमिलरली जे हुण आपां S2 की प्रेस करिए ते S1 ओपन कर दईए
ਹੁਣ ਇੱਥੋਂ ਕਰੰਟ ਜਦੋਂ ਆ ਉਹ 10 ਓਮ ਤੋਂ ਬਾਅਦ ਉੱਪਰ ਨਹੀਂ ਜਾਣਾ ਕਿਉਂਕਿ ਆ ਰਸਤਾ ਆਪਣਾ ਬਲੌਕ ਹੋ ਚੁੱਕਾ। ਹੁਣ ਕਰੰਟ 10 ਤੋਂ ਬਾਅਦ x ਓਮ ਚ ਜਾਊਗਾ, ਫਿਰ ਉਹ S2 ਤੋਂ ਹੋ ਕੇ ਗਲਵੈਨੋਮੀਟਰ ਵਾਲੇ ਪਾਰਟ ਚ ਜਾਣਾ। ਇਹਦਾ ਮਤਲਬ ਹੁਣ 10 ਤੇ x ਇਹ ਦੋਨੋਂ ਕਿੱਦਾਂ ਜੁੜੀਆਂ? series Series. ਤੇ ਜੇ ਬੈਲੈਂਸ ਪੁਆਇੰਟ ਹੁਣ 60 ਤੇ ਆਇਆ, ਇਹੀ ਕੰਡੀਸ਼ਨ ਫੇਰ ਦੁਬਾਰਾ ਅਗੇਨ ਆਪਣੇ ਕੋਲ ਕੰਡੀਸ਼ਨ ਹੋਏਗੀ VAJ ਡੈਸ਼ ਠੀਕ ਹੈ ਜੀ ਇਕੁਅਲ ਟੂ I into 10 plus x। ਠੀਕ ਹੈ, ਦੂਜੀ ਵਾਰੀ ਅਸੀਂ ਕਹਿੰਨੇ ਕਿ ਜਿਹੜਾ ਐਸਐਚ ਰੈਜ਼ਿਸਟੈਂਸ ਆ ਉਹ ਐਡ ਕਰਕੇ 10 plus x ਹੋਗੀ ਤੇ VAJ ਡੈਸ਼ ਦੀ ਵੈਲਿਊ ਸੇਮ ਇਦਾਂ ਹੀ K into 60 ਇਸ ਵਾਇਰ ਦੇ 1 ਸੈਂਟੀਮੀਟਰ ਦੀ ਜਿਹੜੀ ਵੋਲਟੇਜ ਉਹਨੂੰ ਪੋਟੈਂਸ਼ੀਅਲ ਗ੍ਰੇਡੀਐਂਟ ਕਹਿੰਨੇ, K ਦੀ ਵੈਲਿਊ ਮੇਰੀ ਫਿਕਸ ਰਹਿਣੀ ਆ, ਉਹ ਚੇਂਜ ਨਹੀਂ ਹੋਏਗੀ। ਦੇਅਰਫੋਰ ਦੂਜੀ ਵਾਰੀ ਜੇ ਆਪਾਂ ਕੰਡੀਸ਼ਨ ਲਿਖੀਏ ਤੇ ਆਪਣੇ ਕੋਲ ਐਸਾ ਆ ਜਾਏਗਾ K into 60 equal to I into 10 plus x। ਆ ਮੇਰੀ ਸੈਕਿੰਡ ਇਕੁਏਸ਼ਨ ਆ ਜੂ। ਤੇ ਜੇ ਹੁਣ ਦੋਨੋਂ ਰਿਲੇਸ਼ਨ ਨੂੰ ਤੁਸੀਂ ਚੈੱਕ ਕਰੋ, ਆਪਣੇ ਕੋਲ ਨੋਨ ਤੇ ਅਨਨੋਨ ਕੀ ਹੈਗਾ ਕਿ ਆਪਣੇ ਕੋਲ ਜਦੋਂ ਐਸਐਚ ਰੇਸ਼ੋ ਲਿਖੂੰਗਾ ਤੇ ਆ ਦੋਨੋਂ ਅਨਨੋਨ ਵੇਰੀਏਬਲ ਨਿਕਲ ਜਾਣੇ ਤੇ ਸਿਰਫ ਇੱਕੋ ਹੀ ਅਨਨੋਨ x ਜਿਹੜਾ ਉਹ ਤੁਹਾਡਾ ਕੈਲਕੂਲੇਟ ਹੋ ਜਾਏਗਾ। ਯਾਨੀ ਡਿਵਾਈਡ 2 by 1 ਤੇ ਆਪਣੇ ਕੋਲ ਕੰਡੀਸ਼ਨ ਆ ਗਈ K into 60 over K into 50 equal to I into 10 plus x over I into 10। ਇਹਨੂੰ ਸੋਲਵ ਕਰ ਲਓ, ਆਪਣਾ K ਨਿਕਲ ਜਾਣਾ ਵਿੱਚੋਂ। ਠੀਕ ਹੈ ਜੀ, ਬਾਕੀ ਟਰਮ x ਡਿਫਾਈਨ ਕਰ ਦੂਗੀ। yes sir देयरफॉर ਜੇ ਇਹਨੂੰ ਸੋਲਵ ਕਰੀਏ ਤਾਂ ਆਪਣੇ ਕੋਲ ਦੇਖੋ ਕੰਡੀਸ਼ਨ ਆ ਗਈ 10 plus x equal to 10 into 6 by 5। ਠੀਕ ਹੈ ਜੀ, ਇਹ ਤੋਂ ਸੋਲਵ ਕਰ ਲਿਓ ਤੇ x ਦੀ ਵੈਲਿਊ ਕੱਢ ਦਿਓ, ਤੁਹਾਡੀ ਅਨਨੋਨ ਰੈਜ਼ਿਸਟੈਂਸ ਆ ਜਾਏਗੀ। क्या फर्स्ट पार्ट समझ लग गया? yes sir Yes, sir. चलो ਉਹਨੇ ਸੈਕਿੰਡ ਪਾਰਟ ਦੇ ਵਿੱਚ ਨਾਲ ਇਹ ਕੰਡੀਸ਼ਨ ਜੋੜੀ, ਕਹਿੰਦਾ ਜੀ what will you do if ਕਹਿੰਦਾ ਜੀ balance point is not obtained within the wire with the cell E dash। ਜੇ ਇਸ ਸੈੱਲ ਦੇ ਨਾਲ ਬੈਲੈਂਸ ਪੁਆਇੰਟ A ਤੋਂ ਲੈ ਕੇ ਜੋਕੀ B ਤੱਕ ਪਹੁੰਚ ਗਈ, ਜੇ ਬੈਲੈਂਸ ਪੁਆਇੰਟ ਨਹੀਂ ਆਇਆ ਕੀ ਕਰੋਗੇ ਫਿਰ ਉਸ ਦੇ ਵਾਸਤੇ? ਬੈਲੈਂਸ ਪੁਆਇੰਟ ਫਿਰ ਵਿਦਿਨ ਦਾ ਲਾਈਨ ਲੈ ਕੇ ਆਣਾ, ਉਹਦੇ ਲਈ ਕੀ ਕਰਨਾ ਪਏਗਾ? ਸਰ ਰੈਜ਼ਿਸਟੈਂਸ ਬਾਕਸ ਚੋਂ ਰੈਜ਼ਿਸਟੈਂਸ ਵਧਾਵਾਂਗੇ। ਬਿਲਕੁਲ, ਇਸ ਪੋਰਸ਼ਨ ਦੇ ਅੰਦਰ ਜੇ ਮੈਂ ਰੈਜ਼ਿਸਟੈਂਸ ਵਧਾ ਦਾਂਗਾ ਉਹਦੇ ਨਾਲ ਮੇਰੇ ਕੋਲ ਸਰਕਟ ਦੇ ਅੰਦਰ ਕਰੰਟ ਘਟ ਜਾਣਾ ਤੇ ਜੇ ਕਰੰਟ ਘਟ ਗਿਆ ਤੇ ਇਹਦਾ ਮਤਲਬ ਹੈ ਇਸ ਪੋਰਸ਼ਨ 'ਚ ਬਣਨ ਵਾਲਾ ਫਾਲ ਆਫ ਪੋਟੈਂਸ਼ੀਅਲ ਜਿਹੜਾ ਵਾ ਉਹਦੀ ਵੈਲਿਊ ਅੱਗੇ ਨਾਲੋਂ ਘਟ ਜਾਣੀ। ਯਾਨੀ ਜੇ I ਘਟ ਗਿਆ ਓਵਰਆਲ ਆ ਟਰਮ ਘਟ ਜਾਣੀ। ਇਹਦਾ ਮਤਲਬ ਜਿਹੜਾ ਬੈਲੈਂਸ A ਤੋਂ B ਤੱਕ ਨਹੀਂ ਹੋ ਰਿਹਾ ਸੀ ਉਹ ਬੈਲੈਂਸਿੰਗ ਪੁਆਇੰਟ ਵਿਦਿਨ ਦਾ ਲਾਈਨ ਆ ਜਾਏਗਾ, ਜਾਂ ਉਹਦੀ ਥਾਂ ਤੇ ਕਹਿੰਦਾ ਜੀ ਅਸੀਂ ਐਸਐਚ ਇਸ ਸੈੱਲ ਦੀ ਜਗ੍ਹਾ ਤੇ ਆ ਜਿਹੜਾ ਸੈੱਲ ਹੈਗਾ ਇਹਦੀ ਵੋਲਟੇਜ ਨੂੰ ਵਧਾ ਦੀ, ਜਾਂ ਤਾਂ ਡਰਾਈਵਰ ਸੈੱਲ ਦੀ ਵੋਲਟੇਜ ਵਧਾ ਦਿਓ ਤਾਂ ਕਿ ਇਸ ਸੈੱਲ ਦੀ ਵੋਲਟੇਜ AB ਪੋਰਸ਼ਨ 'ਚ ਵੱਧ ਜਾਵੇ, ਫਿਰ ਬੈਲੈਂਸ ਪੁਆਇੰਟ ਵਿਦਿਨ ਦਾ ਲਾਈਨ ਆ ਜਾਏਗਾ। ਜਾਂ ਫਿਰ ਤੁਸੀਂ ਇਸ ਪੋਰਸ਼ਨ ਦੇ ਅੰਦਰ ਜਿਹੜੀ ਆ ਉਹ ਰੈਜ਼ਿਸਟੈਂਸ ਵਧਾ ਦਿਓ ਤਾਂ ਕਿ ਸਰਕਟ ਦੇ ਅੰਦਰ K ਦੀ ਵੈਲਿਊ ਮੇਰੇ ਕੋਲ ਕਰੰਟ ਦੀ ਵੈਲਿਊ ਘਟ ਜਾਵੇ ਤੇ ਜੇ ਕਰੰਟ ਘਟ ਗਿਆ ਤੇ ਇਸ ਪੋਰਸ਼ਨ 'ਚ ਬਣਨ ਵਾਲਾ ਫਾਲ ਆਫ ਪੋਟੈਂਸ਼ੀਅਲ ਜਾਂ ਐਸਐਚ ਵੋਲਟੇਜ ਜਿਹੜੀ ਆ ਉਹਦੀ ਅਮਾਉਂਟ ਅੱਗੇ ਨਾਲੋਂ ਘਟ ਜੂਗੀ। yes sir Yes, sir. ਦੋ ਚੀਜ਼ਾਂ ਦੋ ਅਲਟਰਨੇਟਿਵ ਬੋਲਦਾ ਪਿਆ, ਪੇਪਰ 'ਚ ਜੇ ਕੁਐਸਚਨ ਹੈਗਾ ਤੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਨਾ ਕੋਈ ਉੱਥੇ ਮਲਟੀਪਲ ਚੁਆਇਸ 'ਚ ਆਪਸ਼ਨ ਹੋਣੀ ਆ। ਠੀਕ ਹੈ ਜੀ, ਆਈਦਰ ਵੀ ਇਨਕਰੀਜ਼ ਦਾ ਕਹਿੰਦਾ ਜੀ ਵੋਲਟੇਜ ਆਫ ਦਾ ਸੈੱਲ ਡਰਾਈਵਰ ਸੈੱਲ, ਔਰ ਕਹਿੰਦਾ ਜੀ ਨਾਲ ਹੀ ਉਹਦੇ ਚੋਂ ਲਿਖ ਦਿੰਦਾ ਔਰ ਬਾਈ ਡਿਕਰੀਜ਼ਿੰਗ ਦਾ ਕਰੰਟ ਅਕ੍ਰੋਸ ਦਾ ਕਹਿੰਦਾ ਜੀ ਗਿਵਨ ਸਰਕਟ। ਠੀਕ ਹੈ, ਇਹ ਇੱਕ ਆਪਸ਼ਨ ਹੋਵੇ ਤੇ ਇਹ ਆਪਣੀ ਜਿਹੜੀ ਐਸਐਚ ਕਰੈਕਟ ਆਪਸ਼ਨ ਕੰਸੀਡਰ ਹੋ ਜਾਏਗੀ। ਕਲੀਅਰ ਹੈ ਨਾ? yes sir Yes, sir. Yes, sir. ਚਲੋ ਸੈਕਿੰਡ ਨੈਕਸਟ ਨਿਊਮੈਰੀਕਲ ਹੈਗਾ ਤੁਹਾਡੇ ਕੋਲ 12th ਨਿਊਮੈਰੀਕਲ। ਬਿਲਕੁਲ ਸੌਖਾ ਜਿਹਾ ਹੀ ਆ, ਸਟੇਟਮੈਂਟ ਉਹਦੀ ਐਸਐਚ ਬੋਲ ਰਿਹਾ। 12th ਵਿੱਚ ਉਹਨੇ ਇਹ ਕਿਹਾ ਅ ਸੈੱਲ ਕੈਨ ਬੀ ਬੈਲੈਂਸਡ, ਤੁਸੀਂ ਦੱਸੋਗੇ ਕਿਹੜਾ ਕੰਡੀਸ਼ਨ ਹੈ ਇਹ ਵਾਲੀ। ਅ ਸੈੱਲ ਕੈਨ ਬੀ ਬੈਲੈਂਸਡ ਅਗੇਂਸਟ 110 ਸੈਂਟੀਮੀਟਰ ਐਂਡ 100 ਸੈਂਟੀਮੀਟਰ। ਦੋ ਵਾਇਰ ਦੀ ਲੈਂਥ ਦਿੱਤੀਆਂ ਪੋਟੈਂਸ਼ੀਓਮੀਟਰ ਵਾਇਰ ਦੀਆਂ, ਇੱਕ ਵਾਰੀ ਬੈਲੈਂਸ ਆਇਆ 110 ਸੈਂਟੀਮੀਟਰ ਤੇ ਦੂਜੀ ਵਾਰੀ ਆਇਆ 100 ਸੈਂਟੀਮੀਟਰ ਤੇ। ਵੈਨ ਇਨ ਓਪਨ ਸਰਕਿਟ ਐਂਡ ਵੈਨ ਸ਼ਾਰਟ ਸਰਕਿਟ। ਸ਼ਾਰਟ ਸਰਕਿਟ ਦਾ ਮਤਲਬ ਇਹ ਹੋ ਗਿਆ ਕਿ ਜਦੋਂ ਸਰਕਿਟ ਦੇ ਵਿੱਚ ਹੈਵੀ ਕਰੰਟ ਫਲੋ ਕਰਦਾ ਉਹ ਸ਼ਾਰਟ ਸਰਕਿਟਿੰਗ ਆ। ਓਪਨ ਸਰਕਿਟ ਦਾ ਮਤਲਬ ਹੋ ਗਿਆ ਜਦੋਂ ਮੇਰੇ ਕੋਲ ਐਸਐਚ ਜ਼ੀਰੋ ਰੈਜ਼ਿਸਟੈਂਸ ਆ।
सॉरी मैं को रेजिस्टेंस जो इनफाइनाइट रेजिस्टेंस आ ओपन सर्किट मीन नो करंट मीन हाई रेजिस्टेंस शॉर्ट सर्किट मीन हैवी करंट मीन कहंदा जी लो रेजिस्टेंस क्या इना क्लियर आ Yes, sir. Yes, sir. उन्हें क्या जी व्हेन शॉर्ट सर्किट थ्रू ए रेजिस्टेंस ऑफ 10 ओम फाइंड द इंटरनल रेजिस्टेंस ऑफ द सेल कोई दसेगा इंटरनल रेजिस्टेंस सेल दी कढण लई यूजिंग पोटेंशियोमीटर केड़ा फार्मूला सीगा सर वो L1 minus L2 upon L2 into R. दोबारा बोलो L1 minus L2 upon L2 into R. L1 minus L2 upon L2. L1 सर फार्मूला आंदा होना चाहिए सी इस न्यूमेरिकल we know that internal resistance of the cell internal resistance of a cell is given by ਇਹਦਾ ਫਾਰਮੂਲਾ ਦੱਸਿਆ ਸੀਗਾ ਜਨਰਲ ਫਾਰਮੂਲਾ R ਦਾ ਹੁੰਦਾ E by V minus 1 into R ਪਤਾ ਜੋ ਲਿਖਦਾ ਪਿਆ Yes. Yes, sir. Yes, sir. ਤੇ ਫਿਰ ਅਸੀਂ ਪੋਟੈਂਸ਼ੀਓਮੀਟਰ ਵਾਲੇ ਟੌਪਿਕ ਚ ਲਾਸਟ ਡੈਰੀਵੇਸ਼ਨ ਲਾਸਟ ਟੌਪਿਕ ਸੀਗਾ ਡਿਟਰਮੀਨੇਸ਼ਨ ਆਫ ਇੰਟਰਨਲ ਰੈਜ਼ਿਸਟੈਂਸ ਯੂਜ਼ਿੰਗ ਪੋਟੈਂਸ਼ੀਓਮੀਟਰ ਉਹ ਚ ਅਸੀਂ E ਤੇ V ਦੀ ਵੈਲਿਊ ਕੱਢੀ ਸੀ ਇੱਕ ਆ ਗਈ KL1 ਇੱਕ ਆ ਗਈ KL2 ਠੀਕ ਹੈ ਇੱਥੇ ਵੈਲਿਊ ਆ ਗਈ ਸੀ L1 by L2 minus 1 into R ਹੁਣ ਕੁਐਸਚਨ ਦੇ ਵੇਰੀਏਬਲ ਚੈੱਕ ਕਰ ਲਓ ਸਿਰਫ ਆਪਾਂ ਨੂੰ ਕਿਹੜੇ ਕਿਹੜੇ ਚਾਹੀਦੇ ਆ ਕਿਹੜੇ ਕਿਹੜੇ ਗਿਵਨ EMF ਦਾ ਮਤਲਬ ਆ ਮੇਰੇ ਕੋਲ ਜਿਹੜਾ SH ਕਹਿੰਦਾ ਜੀ ਓਪਨ ਸਰਕਟ ਕਿਉਂਕਿ EMF ਦੀ ਡੈਫੀਨੇਸ਼ਨ ਚ ਵਰਡ ਆਉਂਦੇ ਆ it is the maximum potential difference given by the cell when cell is in open circuit so ਜਿਹੜੀ SH greater length ਦਿੱਤੀ ਆ ਉਹ EMF ਵਾਲੇ ਕੇਸ ਚ ਬੰਨੀ ਹੈ ਯਾਨੀ ਉਹ ਮੇਰਾ L1 ਆ ਗਿਆ so L1 ਦੀ ਵੈਲਿਊ 110 ਸੈਂਟੀਮੀਟਰ ਔਰ ਜਦੋਂ ਅਸੀਂ SH ਸਰਕਟ ਨੂੰ ਔਨ ਕੀਤਾ ਪੋਟੈਂਸ਼ੀਓਮੀਟਰ ਦਾ ਸਰਕਟ ਜਿੱਚ ਡਿਟਰਮੀਨੇਸ਼ਨ ਆਫ ਇੰਟਰਨਲ ਰੈਜ਼ਿਸਟੈਂਸ ਵਾਲਾ ਸਰਕਟ ਆ ਸਰਕਟ ਯਾਦ ਰੱਖਣੇ ਪੈਣੇ ਮੈਂ ਬਾਰ-ਬਾਰ ਕਹਿ ਰਿਹਾ ਜੇ 2B ਦੇ ਨਿਊਮੈਰੀਕਲ MCQ ਚ ਕਰਨੇ ਭਾਵੇਂ ਉਦਾਂ ਨਿਊਮੈਰੀਕਲ ਕਰਨੇ ਸਰਕਟ ਉਹਦੇ ਦਿਮਾਗ ਚ ਰੱਖੋ ਮੀਟਰ ਬ੍ਰਿਜ ਦੇ SH ਪੋਟੈਂਸ਼ੀਓਮੀਟਰ ਦੇ ਫੇਰ ਨਿਊਮੈਰੀਕਲ ਉਹਦੇ ਹੋਣੇ ਆ ਬੇਟਾ L1 ਦੀ ਲੈਂਥ 110 ਸੈਂਟੀਮੀਟਰ ਆਈ ਸੀ ठीक है और इस तो बाद अपने को जो SH शॉर्ट सर्किट आ उदो SH ਜਿਹੜੀ ਲੈਂਥ ਉਹ L2 ਬਣ ਜਾਣੀ ਉਹ ਆ ਗਈ 100 ਸੈਂਟੀਮੀਟਰ ਸਰਕਟ 'ਚ ਜਿਹੜੀ ਰੈਜ਼ਿਸਟੈਂਸ ਲਾਈ ਹੋਈ ਆ ਉਹ 10 ਓਮ ਸਿਰਫ ਜੇ ਤੁਹਾਨੂੰ ਸਰਕਟ ਯਾਦ ਹੋਵੇ ਕੀ ਸੀਗਾ ਤੇ ਉਹਦੇ ਅਕੋਰਡਿੰਗਲੀ ਤਿੰਨ ਵੇਰੀਏਬਲ ਹੀ ਚਾਹੀਦੇ ਆ ਤਿੰਨੇ ਆਪਣੇ ਕੁਐਸਚਨ ਦਿੱਤੇ ਇਸ ਫਾਰਮੂਲੇ 'ਚ ਪੁੱਟ ਅਪ ਕਰ ਲਵਾਂ ਤੇ ਇੰਟਰਨਲ ਰੈਜ਼ਿਸਟੈਂਸ ਕੈਲਕੂਲੇਟ ਹੋ ਜਾਓ Yes, sir. Yes, sir. Yes, sir. चलो ठीक है सिर्फ इस फॉर्मूले से वैल्यू भरनी है और कुछ नहीं आएगा हो जाए ना Yes, sir. Yes, sir. Yes, sir. चलो नेक्स्ट क्वेश्चन च फिर सर्किट डायग्राम है मैं सर्किट डायग्राम बना रहा एक मिनट तो पहले ओदा स्टेटमेंट पढ़ो चंगी तरह मैं पूछनी है स्टेटमेंट चलो करना शुरू जी करिए शुरू Yes, sir. Yes, sir. Yes. चलो समझो ਇਹਦੇ ਸਭ ਤੋਂ ਪਹਿਲੇ ਇੱਕ ਵਰਡ ਆਇਆ ਵਾ ਲਿਖ ਕੇ ਠੀਕ ਹੈ ਜੀ ਉਹ ਸਮਝ ਲਓ ਇਹਨੂੰ ਉਹਨੇ ਇੱਥੇ ਇੱਕ ਨਾਮ ਦਿੱਤਾ ਥਰਮੋਕਪਲ ਠੀਕ ਹੈ ਥਰਮੋਕਪਲ ਕੀ ਹੁੰਦਾ ਪਹਿਲਾਂ ਉਹਨਾਂ ਵਰਡ ਨੂੰ ਐਕਸਪਲੇਨ ਕਰ ਰਿਹਾ ਇੱਕ ਟੌਪਿਕ ਆਂਦਾ ਸੀਗਾ ਸਿਲੇਬਸ ਹੁਣ ਹੈ ਨਹੀਂ ਅੱਗੇ ਆਪਣਾ ਇੱਕ ਕਨਸੈਪਟ ਸੀਗਾ ਥਰਮੋ ਇਲੈਕਟ੍ਰਿਕ ਇਫੈਕਟ ਆਫ ਕਰੰਟ ਜਿੱਦਾਂ ਹੀਟਿੰਗ ਇਫੈਕਟ ਆ ਇਦਾਂ ਹੀ ਆਪਣੇ ਕੋਲ ਮੈਗਨੈਟਿਕ ਇਫੈਕਟ ਇਦਾਂ ਹੀ ਇੱਕ ਇਫੈਕਟ ਆਂਦਾ ਉਹਨੂੰ ਅਸੀਂ ਨਾਮ ਦਿੰਦੇ ਥਰਮੋ ਇਲੈਕਟ੍ਰਿਕ ਇਫੈਕਟ ਕਹਿੰਦਾ ਜੀ ਉਹ ਥਰਮੋ ਇਲੈਕਟ੍ਰਿਕ ਇਫੈਕਟ ਕੀ ਹੁੰਦਾ
ਉਹਦੇ ਅੰਡਰ ਸਾਡੇ ਕੋਲ 2 ਤੋਂ 3 ਟੌਪਿਕ ਸੀਗੇ। ਇੱਕ ਸੀਗਾ ਸੀਬੈਕ ਇਫੈਕਟ, ਸਿਰਫ ਤੁਹਾਡੇ ਲਈ ਨਾਮ ਚਾਹੀਦੇ, ਹੋਰ ਕੁਝ ਨਹੀਂ ਹੈਗਾ, ਮੈਂ ਉਹ ਦੱਸ ਦਾਂਗਾ ਥੋੜਾ ਜਿਹਾ ਕੀ ਚੀਜ਼ ਆ। ਇੱਕ ਹੁੰਦਾ ਸੀਬੈਕ ਇਫੈਕਟ, ਇੱਕ ਹੁੰਦਾ ਪਲਟੀਅਰ ਇਫੈਕਟ, ਇੱਕ ਹੁੰਦਾ ਥੌਮਸਨ ਇਫੈਕਟ। ਕਿਤੇ ਵਰਡ ਲਿਖੇ ਮਿਲ ਜਾਣ ਤਾਂ ਤੁਹਾਨੂੰ ਪਤਾ ਹੋਵੇ ਕੀ ਚੀਜ਼ ਆ। ਸੀਬੈਕ ਇਫੈਕਟ ਇਹ ਕਹਿੰਦਾ ਸੀਗਾ ਕਿ ਜੇ ਅਸੀਂ ਇੱਕ ਥਰਮੋਕਪਲ ਬਣਾਈਏ, ਥਰਮੋਕਪਲ ਕਿਹਨੂੰ ਕਹਿੰਦੇ, ਕਹਿੰਦਾ ਜੀ 2 ਡਿਫਰੈਂਟ ਮੈਟਲ ਲੈ ਕੇ ਉਹਨਾਂ ਮੈਟਲ ਵਾਇਰਸ ਨੂੰ ਐਂਡ ਟੂ ਐਂਡ ਜੁਆਇਨ ਕਰ ਦਿਓ। ਜੇ ਮੇਰੇ ਕੋਲ ਆ ਇੱਕ ਕਾਪਰ ਵਾਇਰ ਹੋਵੇ, ਮੈਂ ਕਾਪਰ ਦੀ ਤਾਰ ਇਧਰੋਂ ਵੀ ਛਿੱਲ ਦਿੱਤੀ, ਇਧਰੋਂ ਵੀ ਛਿੱਲ ਦਿੱਤੀ, ਠੀਕ ਹੈ। ਇਦਾਂ ਇੱਕ ਮੇਰੇ ਕੋਲ ਆਇਰਨ ਦੀ ਵਾਇਰ ਆ, ਉਹਦੇ ਵੀ ਮੈਂ ਆ ਐਂਡ ਛਿੱਲ ਦਿੱਤੇ। ਇਧਰੋਂ ਕਾਪਰ ਤੇ ਆਇਰਨ ਦੀ ਵਾਇਰ ਨੂੰ ਆਪਸ ਦੇ ਵਿੱਚ ਮੈਂ ਇਧਰੋਂ ਆਪਸ ਚ ਟਾਈਟ ਕਰ ਲਿਆ, ਇਦਾਂ ਹੀ ਇਧਰੋਂ ਵੀ ਟਾਈਟ ਕਰ ਲਿਆ। ਇਹਦਾ ਮਤਲਬ ਵਿੱਚੋਂ ਵਾਇਰ ਕਿਤੇ ਅਸੀਂ ਕਹਿੰਦੇ ਟੱਚ ਨਹੀਂ ਕਰ ਰਹੀ, ਵਿੱਚੋਂ ਇਨਸੂਲੇਟਿੰਗ ਵਾਇਰਸ ਨੇ, ਐਂਡ ਪੁਆਇੰਟ ਜਿਹੜੇ ਨੇ ਉਹ ਅਸੀਂ ਇੱਕ ਦੂਜੇ ਨਾਲ ਟੱਚ ਕਰ ਲਏ, ਠੀਕ ਹੈ ਜੀ, ਉਹ ਅਟੈਚ ਕਰ ਦਿੱਤੇ। ਇਹ ਇੱਕ ਕਪਲ ਆਫ ਵਾਇਰ ਬਣ ਗਿਆ। Yes, sir. Yes, sir. Yes, sir. ਕਪਲ ਆਫ ਵਾਇਰ ਨੂੰ ਹੁਣ ਤੁਸੀਂ ਕੀ ਕਰੋਗੇ, ਮੰਨ ਲਓ ਮੇਰੇ ਕੋਲ 2 ਤਾਰਾਂ ਦਾ ਇੱਕ ਗਰੁੱਪ ਆ ਗਿਆ, ਠੀਕ ਹੈ, ਜਿਹਦੇ ਐਂਡ ਜਿਹੜੇ ਆਪਸ ਵਿੱਚ ਜੁੜੇ ਹੋਏ ਆ। ਇਸ ਕਪਲ ਆਫ ਵਾਇਰ ਦੇ ਇੱਕ ਐਂਡ ਨੂੰ ਮੈਂ ਕੀ ਕੀਤਾ, ਇਥੋਂ ਫੋਲਡ ਦਿੱਤਾ ਥੱਲੇ ਨੂੰ, ਠੀਕ ਹੈ। ਇੱਥੇ ਮੈਂ ਇੱਕ ਆਈਸ ਬਾਕਸ ਲੈ ਲਿਆ, ਠੀਕ ਹੈ, ਜਿੱਚ ਆਈਸ ਆ ਮੀਨ 0 ਡਿਗਰੀ ਸੈਲਸੀਅਸ ਉਹਦਾ ਟੈਂਪਰੇਚਰ ਆ, ਤੇ ਇਹਦਾ ਆਹ ਵਾਲਾ ਪਾਸਾ ਜਿਹੜਾ ਹੈਗਾ ਇਹਨੂੰ ਮੈਂ ਉਹਦੇ ਵਿੱਚ ਕਹਿੰਦਾ ਜੀ ਐਸ ਚ ਇਨਸਰਟ ਕਰਤਾ। ਇਹਦਾ ਮਤਲਬ ਇਹਦਾ ਇੱਕ ਐਂਡ ਜਿਹੜਾ ਵਾ ਉਹ 0 ਡਿਗਰੀ ਟੈਂਪਰੇਚਰ ਤੇ ਅਸੀਂ ਰੱਖ ਲਿਆ, ਔਰ ਆਈਸ ਬਾਕਸ ਚ ਪਿਆ ਵਾ, ਇਸ ਲਈ ਉਹਦਾ ਟੈਂਪਰੇਚਰ ਚੇਂਜ ਨਹੀਂ ਹੋਣਾ। ਇਹਨੂੰ ਅਸੀਂ ਕਵਾਂਗੇ ਇੱਕ ਕੋਲਡ ਜੰਕਸ਼ਨ ਬਣ ਗਿਆ। ਜਿਹੜਾ ਦੂਜਾ ਐਂਡ ਆ, ਇਹਦੇ ਨੀਚੇ ਮੈਂ ਇੱਕ ਮੋਮਬੱਤੀ ਬਾਲ ਦਿੱਤੀ, ਠੀਕ ਹੈ, ਇਹਦੇ ਨੀਚੇ ਮੈਂ ਮੋਮਬੱਤੀ ਬਾਲ ਦਿੱਤੀ। ਹੁਣ ਇਹ ਐਂਡ ਹੌਲੀ 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 ਹੀਟ ਹੁੰਦਾ ਜਾਏਗਾ। Yes, sir. Yes. ਸੀਬੈਕ ਨੇ ਇਹ ਕਿਹਾ, ਸੀਬੈਕ ਨੇ ਸੀਬੈਕ ਇਫੈਕਟ ਦੇ ਅੰਡਰ ਇਹ ਕਿਹਾ, when the two end of a thermocouple they are to be kept at 2 different temperature, mean when there is a temperature difference between the 2 end, due to this temperature difference always EMF yani voltage is to be produced across the 2 end of the thermocouple। ठीक है, मैं 2 ਤੋਂ 3 ਚੀਜ਼ਾਂ ਦੇ ਨਾਮ ਦੱਸਾਂਗਾ, ਗੱਲ ਸਮਝ ਲਿਓ ਧਿਆਨ ਨਾਲ। ਇੱਕ ਮੇਰੇ ਕੋਲ ਰੈਕਟੈਂਗੂਲਰ ਕੁਆਇਲ ਆ, ਇਸ ਰੈਕਟੈਂਗੂਲਰ ਕੁਆਇਲ ਦੇ 2 ਐਂਡ ਜਿਹੜੇ ਨੇ, ਕੋਈ 2 ਆਪੋਜ਼ਿਟ ਐਂਡ ਲੈ ਲਓ। ਇਹਦੇ 2 ਐਂਡ ਦੇ ਵਿੱਚ ਜੇ ਮੈਂ ਪ੍ਰੈਸ਼ਰ ਵੇਰੀ ਕਰਾਂ, ਇਹਦੇ 2 ਐਂਡ 'ਚ ਮੈਂ ਪ੍ਰੈਸ਼ਰ ਵੇਰੀ ਕਰਾਂ, ਠੀਕ ਹੈ ਜੀ, ਇੱਥੇ ਪ੍ਰੈਸ਼ਰ ਨੂੰ ਮੈਂ ਘਟਾਵਾਂ ਵਧਾਵਾਂ, ਤਾਂ ਅਸੀਂ ਆਬਜ਼ਰਵ ਕਰਦੇ ਹਾਂ ਕਿ ਜਿਹੜੇ ਬਾਕੀ ਦੇ 2 ਐਂਡ ਹੈਗੇ ਆ, ਇਹਦੇ 2 ਐਂਡ ਦੇ ਅਕ੍ਰੋਸ ਮੇਰੇ ਕੋਲ EMF ਡਿਵੈਲਪ ਹੋ ਜਾਂਦੀ ਹੈ, ਪੋਟੈਂਸ਼ੀਅਲ ਡਿਫਰੈਂਸ ਆ ਜਾਂਦਾ। ਇਹਦਾ ਮਤਲਬ ਆ ਪ੍ਰੈਸ਼ਰ ਡਿਫਰੈਂਸ ਦੀ ਹੈਲਪ ਨਾਲ ਪੋਟੈਂਸ਼ੀਅਲ ਡਿਫਰੈਂਸ ਬਣਦਾ। ਇਹ ਇੱਕ ਫੀਨੋਮੀਨਾ। ਇਦਾਂ ਹੀ ਅਸੀਂ ਕਹਿੰਦੇ ਪਏ ਇੱਥੇ ਟੈਂਪਰੇਚਰ ਦੇ ਡਿਫਰੈਂਸ ਕਰਕੇ ਇੱਕ ਐਂਡ ਨੂੰ ਅਸੀਂ ਹੌਟ ਲਿਖ ਲਿਆ, ਇੱਕ ਨੂੰ ਕੋਲਡ ਲਿਖ ਲਿਆ। ਇਹਦਾ ਮਤਲਬ ਇਹ ਮੇਰੇ ਕੋਲ 2 ਐਂਡ 2 ਡਿਫਰੈਂਟ ਟੈਂਪਰੇਚਰ ਤੇ ਆ ਗਏ, ਠੀਕ ਹੈ, ਜਿਹਨੂੰ ਅਸੀਂ ਨਾਮ ਦਿੰਨੇ ਕਿ ਵੀ ਇਹ ਥਰਮੋਕਪਲ ਬਣ ਗਿਆ। ਯਾਨੀ 2 ਤਾਰਾਂ ਦਾ ਇੱਕ ਕਪਲ ਆ ਗਿਆ ਜਿਹਦੇ ਵਿੱਚ ਟੈਂਪਰੇਚਰ ਦਾ ਡਿਫਰੈਂਸ ਹੋਏਗਾ, ਤੇ ਜਦੋਂ ਇਹਦੇ 2 ਐਂਡ ਦੇ ਵਿੱਚ ਟੈਂਪਰੇਚਰ ਦਾ ਡਿਫਰੈਂਸ ਹੋਏਗਾ, according to Seebeck कहना जी always there is a potential difference produced across the two end, यानी टेंपरेचर दे डिफरेंस ना तुसी पोटेंशियल दा डिफरेंस क्रिएट करदे हो। क्या गल समझ लगी? Yes, sir. Yes, sir. ਹੁਣ ਉਹ ਜਿਹੜਾ ਪੋਟੈਂਸ਼ੀਅਲ ਦਾ ਡਿਫਰੈਂਸ ਆਇਆ, ਮਤਲਬ ਇੱਕ ਐਂਡ ਹੌਟ ਐਂਡ ਮੀਨ ਇੱਕ ਐਂਡ ਦਾ ਜਿਹੜਾ ਹਾਇਰ ਪੋਟੈਂਸ਼ੀਅਲ ਤੇ ਹੋ ਜਾਊਗਾ, ਇੱਕ ਲੋਅਰ ਤੇ। ਹੁਣ ਕਿਹੜਾ ਹਾਇਰ ਕਿਹੜਾ ਲੋਅਰ, ਉਹਦੇ ਲਈ ਫਿਰ ਅੱਗੇ ਉਹਨੇ ਸੀਬੈਕ ਸੀਰੀਜ਼ ਦੱਸੀ ਹੋਈ ਆ ਕਿ ਵੀ ਆਪਾਂ ਮੈਟਲ ਕਿੱਦਾਂ ਕਿੱਦਾਂ ਲੈਣੀ ਆ, ਠੀਕ ਹੈ, ਉਹਦੇ ਅਕੋਰਡਿੰਗਲੀ ਡਿਫਰੈਂਟ ਕੇਸ, ਉਹਦੀ ਗੱਲ ਨਹੀਂ ਕਰਾਂਗਾ, ਨਾ ਲੋੜ ਆ। ਇਹਦੇ ਵਿੱਚ ਸਿਰਫ ਇੱਕ ਵਰਡ ਆ ਥਰਮੋਕਪਲ। ਥਰਮੋਕਪਲ ਬੇਸਿਕਲੀ ਆਪਣੇ ਆਪ 'ਚ ਇੱਕ ਸੈੱਲ ਦਾ ਕੰਮ ਕਰਦਾ ਪਿਆ। ਜਿੱਦਾਂ ਇੱਥੇ ਅਸੀਂ ਆ ਸੈੱਲ ਅਟੈਚ ਕਰਕੇ ਦਿਖਾਇਆ, ਇਹ ਤੇ ਸੈੱਲ ਦਾ ਡਿਜ਼ਾਈਨ ਨਹੀਂ ਬਣਾਇਆ, ਇਹ ਤੇ ਸੈੱਲ ਦੇ ਡਿਜ਼ਾਈਨ ਦੀ ਥਾਂ ਤੇ ਥਰਮੋਕਪਲ ਲਗਾ ਕੇ ਦਿਖਾਤਾ। ਮਤਲਬ ਇਹ ਹੋ ਗਿਆ ਕਿ ਆ ਜਿਹੜੇ 2 ਐਂਡ ਬਣੇ, ਕੁਝ ਨਾਮ ਦੇ ਦਿਓ ਇਹਨੂੰ A ਤੇ B, ਇਹਨਾਂ 2 ਐਂਡ ਦੇ ਵਿੱਚ ਤੁਸੀਂ ਪੋਟੈਂਸ਼ੀਅਲ ਦਾ ਡਿਫਰੈਂਸ ਕ੍ਰੀਏਟ ਕੀਤਾ ਹੋਇਆ ਇਸ ਥਰਮੋਕਪਲ ਦੀ ਹੈਲਪ ਨਾਲ। ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes. ਮੇਰਾ ਡਰਾਈਵਰ ਸੈੱਲ ਆ ਗਿਆ 2 ਵੋਲਟ ਦਾ, ਉੱਥੋਂ ਜਦੋਂ ਕਰੰਟ ਤੁਰਨਾ ਅਸੀਂ ਇੱਕ 990 ਓਮ ਦੀ ਰੈਜ਼ਿਸਟੈਂਸ ਲਾ ਲਈ, ਮੁੜ ਕੇ P ਤੋਂ ਲੈ ਕੇ Q ਤੱਕ ਮੇਰੇ ਕੋਲ ਇੱਕ ਹੋਰ ਵਾਇਰ ਆ ਗਈ, ਪੋਟੈਂਸ਼ੀਓਮੀਟਰ ਵਾਇਰ ਹੋ ਗਈ। ਜਿਹੜਾ ਕਰੰਟ ਇਸ ਸੈੱਲ ਦਾ ਇੱਥੋਂ ਦੀ ਫਲੋ ਕਰਨਾ, ਉਹ ਇਸ ਰੈਜ਼ਿਸਟਰ ਤੋਂ ਹੋ ਕੇ, ਇੱਥੋਂ P ਤੋਂ ਹੋ ਕੇ, ਕਹਿੰਦਾ ਜੀ Q ਤੋਂ ਹੋ ਕੇ ਐਸ ਚ ਵਾਪਸ ਨੈਗੇਟਿਵ ਵੱਲ ਜਾਣਾ। ਇਹਦਾ ਮਤਲਬ ਆ 990 ਓਮ ਦੀ ਰੈਜ਼ਿਸਟੈਂਸ
ਤੇ ਪੋਟੈਂਸ਼ੀਓਮੀਟਰ ਵਾਇਰ ਦੀ ਰੈਜ਼ਿਸਟੈਂਸ, ਇਹ ਦੋਨੋਂ ਆਪਸ ਕਿੱਦਾਂ ਜੁੜੀਆਂ? series ਸੀਰੀਜ਼ ਦੇ ਵਿੱਚ ਹੋਣ ਕਰਕੇ ਇਹਦਾ ਮਤਲਬ ਹੈ ਇਹਨਾਂ ਚ ਕਰੰਟ ਸੇਮ ਫਲੋ ਕਰੇਗਾ। ਠੀਕ ਆ, ਹੁਣ ਇਦਾਂ ਦੀ ਕੋਈ ਕੰਡੀਸ਼ਨ ਆਪਾਂ ਨੂੰ ਚਾਹੀਦੀ ਤੇ ਜਿਹੜਾ ਲੋਅਰ ਸਰਕਟ ਚ ਥੱਲੇ ਸੈੱਲ ਲਾਣਾ, ਉਹਨੇ ਸੈੱਲ ਦੀ ਥਾਂ ਤੇ ਇੱਥੇ ਤੁਹਾਨੂੰ ਹੌਟ ਕੋਲਡ ਜੰਕਸ਼ਨ ਦਿਖਾਤੇ, ਮਤਲਬ ਇੱਕ ਐਂਡ ਇਹਦਾ ਪੋਜ਼ਿਟਿਵ ਪੋਟੈਂਸ਼ੀਅਲ ਗਿਣਿਆ ਜਾਏਗਾ ਤੇ ਇਹਦਾ ਇੱਕ ਐਂਡ ਨੈਗੇਟਿਵ ਪੋਟੈਂਸ਼ੀਅਲ, ਯਾਨੀ ਇੱਕ ਤਰ੍ਹਾਂ ਇਸ ਸੈੱਲ ਦੀ ਫਾਰਮ ਬਣ ਗਈ। ਕਲੀਅਰ ਹੈ ਥਰਮੋਕਪਲ ਸਾਰਿਆਂ ਨੂੰ? Yes, sir. Yes, sir. ਚਲੋ ਨਿਊਮੈਰੀਕਲ ਕੰਪਲੀਟ ਕਰ ਰਿਹਾ। ਹੁਣ ਨਿਊਮੈਰੀਕਲ ਚ ਦੇਖੋ ਨੇ ਕੀ ਕਿਹਾ ਸੀ ਤੁਹਾਡੇ ਕੋਲ, ਸਟੇਟਮੈਂਟ ਤੇ ਆ ਜਾਓ। 13th ਨਿਊਮੈਰੀਕਲ ਉਹਦੀ ਸਟੇਟਮੈਂਟ ਚ ਉਹਨੇ ਤੁਹਾਨੂੰ ਇਹ ਕਿਹਾ ਵਾ, ਕਹਿੰਦਾ ਜੀ ਸਰਕਟ ਡਾਇਗਰਾਮ ਸ਼ੋ ਦਾ setup for measurement of EMF generated in a thermocouple, यानी इस सैल दी वोल्टेज मेजर करते पे हो तुसी, ठीक है, जेडी इस सैल दी वोल्टेज मेजर करनी है वो पोटेंशियोमीटर दी हेल्प नाल असीं करदे पे। ओदे लई उन्हें कहा जी एक सेटअप दिता होया तुहाडे कोल, ਉਹ ਚ ਉਹਨੇ ਹੁਣ ਕੀ ਕਿਹਾ, the cell E of EMF 2 volt has negligible internal resistance, driver cell ਦੀ internal resistance ਕੋਈ ਨਹੀਂ ਗਿਣੀ ਉਹਨੇ। ਉਸ ਤੋਂ ਬਾਅਦ ਉਹਨੇ ਤੁਹਾਨੂੰ ਕਹਿ ਦਿੱਤਾ पोटेंशियोमीटर वायर ऑफ लेंथ 1 मीटर, P तो लेके Q तक मेरी पोटेंशियोमीटर वायर है जिसकी लेंथ 100 सेंटीमीटर यानी 1 मीटर गिवन। उन्हें क्या हैज ए रेजिस्टेंस ऑफ 10 ओम, यानी आप वायर दी इस वायर दी जेडी रेजिस्टेंस आ R डैश लिख लो, ਇਹਦੀ वैल्यू 10 ओम आ गई। क्या इतनी गल क्लियर है? Yes, sir. Yes, sir. उन्हें अपने क्वेश्चन च की किया, कहना जी उन्हें अगले वर्ड अपने दिते हैं, एक सेकंड, हाँ जी, उन्हें कहा जी 10 ओम दी रेजिस्टेंस बैलेंस पॉइंट इज फाउंड टू बी एट 400 मिलीमीटर यानी 40 सेंटीमीटर। मतलब जदों मैं एसएच आ थर्मोकपल नु ऑन कर दिता, मीन इहदा एक एंड हॉट कोल्ड करके इथे मान लो ਅਸੀਂ 1 वे की लाई आ, ਉਹ की प्रेस कर ਦਿੱਤੀ। ਜਦੋਂ की प्रेस कर ਦਿੱਤੀ ਤੇ ਤੁਸੀਂ ਇਸ ਜੌਕੀ ਨੂੰ P ਤੋਂ मूव करना शुरू ਕੀਤਾ ਵਾਇਰ ਤੇ, मूव ਕਰਦੇ ਕਰਦੇ ਜਦੋਂ ਜੌਕੀ एसएच ਵਾਇਰ ਦੇ 40 सेंटीमीटर ਤੇ प्रेस ਕੀਤੀ ਤੇ ਅਸੀਂ ਨੋਟ ਕੀਤਾ ਕਿ बैलेंस पॉइंट आ गया। क्लियर इन्नी गल? Yes, sir. Yes, sir. Yes, sir. ठीक है जी। उन्हें कहा जो बैलेंस पॉइंट आ गया तो दसो फिर एसएच ईएमएफ जनरेटेड, मतलब इस थर्मोकपल दे सैल दी वोल्टेज कितनी है। हुण एक लाइन सिर्फ आंदी होनी चाहिए, न्यूमेरिकल सौखा। कहना जी जदों एसएच पी तो लेके क्यू वायर दे विच करंट पास होया, ठीक है, इथों आई एम्पीयर करंट चलदा पिया, ये आई एम्पीयर करंट इचों भी पास होया, मुड़ के इस 10 ओम दी रेजिस्टेंस चों भी पास होया। ਇਹ ਮਤਲਬ ਸਰਕਟ ਦੇ ਵਿੱਚ ਜੇ ਮੈਂ ਕਰੰਟ ਕੱਢਣਾ ਹੋਵੇ, ਪਤਾ ਨਹੀਂ ਲੋਡ ਪੈਣੀ ਕਿ ਨਹੀਂ, ਉਹਨੂੰ ਸੋਚਦੇ ਆ। ਜੇ ਮੈਂ ਕਰੰਟ ਕੱਢਣਾ ਤੇ ਕਰੰਟ ਦਾ ਫਾਰਮੂਲਾ ਹੁੰਦਾ ਟੋਟਲ ਵੋਲਟੇਜ ਬਾਈ ਟੋਟਲ ਰੈਜ਼ਿਸਟੈਂਸ, ਤੇ ਰੈਜ਼ਿਸਟੈਂਸ 990 ਤੇ ਅਗਲੀ 10 ਓਮ, ਇਹ ਸੀਰੀਜ਼ ਚ ਜੁੜੀਆਂ। Yes, sir. Yes, sir. ਜਦੋਂ ਡਰਾਈਵਰ ਸੈੱਲ ਦੇ ਜੇ ਕਰੰਟ ਨੂੰ ਕੱਢੀਏ ਤੇ SH V/R, V2 ਆ ਗਿਆ, R ਮੇਰੇ ਕੋ 1000 ਓਮ ਬਣ ਗਿਆ। ਉਹਨਾਂ ਮੇਰੇ ਇਸ SH ਪੂਰੇ ਸਰਕਟ ਚ ਕਰੰਟ ਕਿੰਨਾ ਫਲੋ ਕਰਦਾ ਉਹ ਨਿਕਲ ਆਇਆ। ਹੁਣ ਉਹਨੇ ਕੀ ਕੁਐਸਚਨ ਚ ਕਿਹਾ ਵਾ ਕਿ ਜਦੋਂ ਤੁਸੀਂ 40 ਸੈਂਟੀਮੀਟਰ ਤੇ ਇਹਨੂੰ ਪ੍ਰੈਸ ਕੀਤਾ ਨਾ ਤੇ ਬੈਲੈਂਸ ਆ ਗਿਆ, ਤੇ ਬੇਟਾ ਜਦੋਂ ਬੈਲੈਂਸ ਆਂਦਾ ਕੀ ਕੰਡੀਸ਼ਨ ਹੁੰਦੀ ਆ? ਜਦੋਂ ਬੈਲੈਂਸ ਆਂਦਾ ਕੀ ਕੰਡੀਸ਼ਨ ਆਪਾਂ ਲਿਖੀ ਦੀ ਆ? ਕੌਣ ਕਿੰਨਾ ਬੈਲੈਂਸ ਹੋਇਆ? Sir, fall of potential across the wire ਤੇ ਦੂਸਰੇ ਸੈੱਲ ਦੀ ਵੋਲਟੇਜ ਮੈਚ ਹੋ ਜਾਂਦੀ। ਬਿਲਕੁਲ ਠੀਕ ਆ ਪੁੱਤਰ। ਇਹਦਾ ਮਤਲਬ ਆ ਆਪਣੇ ਕੋਲ ਇਸ ਮੂਮੈਂਟ ਤੇ ਕੁਐਸਚਨ ਦੇ ਅਕੋਰਡਿੰਗਲੀ ਆ ਕੰਡੀਸ਼ਨ ਆ ਕਿ ਜਿਹੜੀ ਵੋਲਟੇਜ P ਤੋਂ ਲੈ ਕੇ S ਦੇ ਵਿੱਚ ਆਈ ਆ ਤੇ ਜਿਹੜੀ ਤੁਹਾਡੇ ਇਸ ਥਰਮੋਕਪਲ ਦੀ ਟੋਟਲ ਵੋਲਟੇਜ ਆ, ਇਹਦੀ ਵੋਲਟੇਜ ਦਾ ਨਾਮ ਆਪਾਂ ਲਿਖ ਦਿੰਦੇ VAB। ਠੀਕ ਆ, ਇਹ ਦੋ ਚੀਜ਼ਾਂ ਆਪਸ ਵਿੱਚ ਇਕੁਅਲ ਆ। ਕੀ ਗੱਲ ਸਮਝ ਆਈ? Yes, sir. Yes, sir. ਜਿਹੜੀ ਵੋਲਟੇਜ P ਤੋਂ ਲੈ ਕੇ S ਤੱਕ ਲਿਖਣੀ ਆ, ਹਨਾ, ਆਪਾਂ ਇਹਦਾ ਫਾਰਮੂਲਾ K into L ਲਿਖਦੇ ਆ। L 40 ਸੈਂਟੀਮੀਟਰ ਹੈ ਤੇ K ਮੈਨੂੰ ਪਤਾ ਨਹੀਂ, ਯਾਨੀ ਇੱਥੇ ਲਿਖ ਦਵਾਂ ਤੇ ਆਪਣੇ ਕੋਲ ਆ ਗਿਆ therefore K into 40 equal to VAB। ਇਹਦਾ ਮਤਲਬ ਜੇ ਮੈਂ ਇਸ ਥਰਮੋਕਪਲ ਦੀ ਵੋਲਟੇਜ ਕੱਢਣੀ ਆ ਤੇ ਮੈਨੂੰ K into 40 K ਚਾਹੀਦਾ। ਹੁਣ K ਕਿੱਥੋਂ ਬਣਾ ਕੇ ਲਿਆਵਾਂ? K ਕੀ ਚੀਜ਼ ਹੁੰਦੀ? potential gradient Potential gradient. Potential gradient. पोटेंशियल ग्रेडियंट किन्नू कहने? वोल्टेज अक्रॉस 1 सेंटीमीटर ऑफ द वायर। इस वायर दे 1 सेंटीमीटर च कितनी वोल्टेज है आपां नूं नहीं पता, पर एक प्रॉपर्टी पता वा
कहना जी प्रॉपर्टी ये पता कि भी आ वायर जिहड़ी आ मेरे कोल एसएच 400 सॉरी 100 सेंटीमीटर दी, इस 100 सेंटीमीटर दी रेजिस्टेंस मैनू दित्ती है, ठीक है। दूजे पासे 40 सेंटीमीटर दे ते बैलेंस आया होया, गल समझ लगदी पई? Yes, sir. Yes. जे मैं इतो के बनाना तुसी को तो इदा पढ़ लो, आपां टॉपिक पढ़िया सी इहदे विच डिटरमिनेशन ऑफ पोटेंशियल डिफरेंस अक्रॉस द पोटेंशियोमीटर वायर, ओदे स्टेप लिखदा पिया जो आपां उच कीता। जे मैं के दी वैल्यू लिखां ते के दी वैल्यू हुंदी टोटल वोल्टेज अक्रॉस द वायर, ठीक है। पी तो क्यू दे विच टोटल वायर दी वोल्टेज कितनी ते इस वायर दी लेंथ कितनी, ठीक है। ते एसएच पी तो लेके क्यू दे विच अपने को जेडी लेंथ गिवन आ, ठीक है जी, वो अपनी 100 सेंटीमीटर, यानी जे वोल्टेज अक्रॉस पी टू क्यू मिल जावे ते के मिल जू। Yes. Yes, sir. Yes, sir. ਹੁਣ ਵੋਲਟੇਜ ਅਕ੍ਰੋਸ P2 Q ਮੈਂ ਕਿੱਦਾਂ ਲੱਭ ਸਕਦਾ? ਇਹ ਸੌਖਾ ਵਾ, ਕੋਈ ਦੱਸੇਗਾ ਕਿੱਦਾਂ ਲੱਭਾਂਗੇ? VPQ ਆਪਣੇ ਕੋਲ ਕੀ ਆਊਗਾ? Sir, 2 volt. 2 ਵੋਲਟ ਆਏਗਾ ਹੀ ਨਹੀਂ, ਗਲਤ ਆ। Sir, IR लगा दो. ਬੈਟਰੀ ਦੀ ਜਿਹੜੀ ਵੋਲਟੇਜ ਆ ਕਿੱਥੇ ਕਿੱਥੇ ਡਿਵੈਲਪ ਹੋਈ ਆ, ਇਹਦਾ ਕਰੰਟ ਕਿੱਥੋਂ ਕਿੱਥੋਂ ਨਿਕਲ ਕੇ ਗਿਆ, ਕਿੱਥੇ ਕਿੱਥੇ ਉਸ ਕਰੰਟ ਨੂੰ ਨਿਕਲਣ ਲਈ ਵਰਕ ਕਰਨਾ ਪਿਆ। ਪਹਿਲਾਂ ਕਰੰਟ ਜਿਹੜਾ ਵਾ ਉਹ M ਤੋਂ ਲੈ ਕੇ P ਤੱਕ ਜਦੋਂ ਚੱਲਿਆ ਵਾ ਤੇ ਕਰੰਟ ਨੂੰ ਇੱਥੋਂ ਨਿਕਲਣ ਲਈ ਵਰਕ ਕਰਨਾ ਪਿਆ। Yes, sir. Yes, sir. ਇੱਥੇ ਉਹਨੇ ਵਰਕ ਕੀਤਾ, ਮੀਨ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਇਸ ਰੈਜ਼ਿਸਟੈਂਸ I * 990 ਕਰਕੇ ਆਏਗਾ, 2 ਵੋਲਟ ਵਿੱਚੋਂ ਉਹ ਵਰਕ ਮਾਈਨਸ ਕਰਾਂ, ਬਾਕੀ ਦਾ ਵਰਕ ਅਗਲੇ ਲਈ ਅਵੇਲੇਬਲ ਹੋ। Yes, sir. ਓਏ ਬਾਕੀਆਂ ਨੂੰ ਸਮਝ ਲੱਗਦੀ ਪਈ ਗੱਲ ਦੀ? Yes, sir. Yes, sir. Yes, sir. ਇਸ ਲਈ ਜੇ ਇਹਨੂੰ ਫਰਦਰ ਸੋਲਵ ਕਰਨਾ ਸਭ ਤੋਂ ਪਹਿਲਾਂ I ਲੱਭਣਾ ਪੈਣਾ। ਹੁਣ I ਕੈਲਕੂਲੇਟ ਕਿੱਦਾਂ ਕਰਾਂ? I ਦਾ ਕੀ ਫਾਰਮੂਲਾ ਹੁੰਦਾ? I ਦਾ ਕੀ ਫਾਰਮੂਲਾ ਜੀ? Total voltage over total resistance. टोटल वोल्टेज बाय टोटल रेजिस्टेंस। अपनी टोटल वोल्टेज 2 वोल्ट है, ठीक है। तो टोटल रेजिस्टेंस कितनी लवांगा? जितों दी I 1000. 1000 990 ਤੇ ਆ PQ ਦੀ ਰੈਜ਼ਿਸਟੈਂਸ ਜਿਹੜੀ ਆ ਇਹ ਦੋਨੋਂ ਸੀਰੀਜ਼ ਚ ਜੁੜੀਆਂ। Yes, sir. therefore I ਦੀ ਵੈਲਿਊ ਸਾਡੇ ਕੋਲ 2/1000 ਆ ਗਈ, ਯਾਨੀ 0.002 ਐਂਪੀਅਰ। ਆ ਮੇਰੇ ਕੋਲ ਕਰੰਟ ਆ ਗਿਆ ਤੇ ਜੇ ਮੈਨੂੰ ਐਸਐਚ ਇਥੋਂ ਕਰੰਟ ਪਤਾ ਵਾ ਕਿ ਵੀ P ਤੋਂ ਚੱਲ ਕੇ Q ਤੱਕ ਜਿਹੜਾ ਕਰੰਟ ਨਿਕਲਦਾ ਪਿਆ ਉਹ ਕਰੰਟ ਇੰਨਾ ਨਿਕਲ ਰਿਹਾ, ਤੇ ਅੱਗੇ ਮੈਨੂੰ ਇਸ ਵਾਇਰ ਦੀ ਰੈਜ਼ਿਸਟੈਂਸ ਵੀ ਪਤਾ, ਤੇ ਫਿਰ P ਤੋਂ ਲੈ ਕੇ Q ਦੇ ਅਕ੍ਰੋਸ ਵੋਲਟੇਜ ਬਣ ਜੂ। Yes, Yes, sir. sir. Yes, sir. ਨਾਓ Yes, sir. VPQ ਲਿਖ ਲਓ। ਨਾਓ VPQ ਦੀ ਵੈਲਿਊ ਆਪਣੇ ਕੋਲ ਕੀ ਆ ਗਈ ਜੀ? I * R ਡੈਸ਼, ठीक है। I ਦੀ ਵੈਲਿਊ ਆਪਣੇ ਕੋਲ ਆ ਗਈ 0.002 * 10। ਇਹਦਾ ਮਤਲਬ ਆਪਣੇ ਕੋਲ ਵੋਲਟੇਜ ਅਕ੍ਰੋਸ VPQ ਇਹਦੀ ਵੈਲਿਊ 0.02 ਆ ਗਈ ਜੀ। Yes, sir. ਸੋ ਫਿਰ ਜੇ VPQ ਆ ਗਿਆ ਇਹਨੂੰ 100 ਨਾਲ ਡਿਵਾਈਡ ਕਰ ਲਓ, K ਮਿਲ ਜੂ, ਠੀਕ ਹੈ। ਤੇ ਜੇ ਆਪਣੇ ਕੋਲ K ਆ ਗਿਆ, K ਦੀ ਵੈਲਿਊ ਇਸ ਇਕੁਏਸ਼ਨ 1 ਚ ਪੁੱਟ ਅਪ ਕਰ ਦਾਂਗੇ, ਇਹ ਤੋਂ ਬਣਾ ਲਓ। देयरफॉर ਆਪਣੇ ਕੋਲ K ਦੀ ਵੈਲਿਊ ਬਣ ਗਈ 0.02 / 100, ठीक है। अपनी वायर दी टोटल लेंथ 100 सीगी। क्या आ K क्लियर आ? Yes, sir. Yes, sir. Yes, sir. मुड़ के वापस इक्वेशन 1 च भर दियो, ठीक है। तो देयरफॉर अपने कोल एसएच जेडी कंडीशन आ वो इथों बन जाएगी 0.02/100 * 40 = VAB। ਤੇ ਜਿੰਨੀ ਵੋਲਟੇਜ VAB ਦੇ ਅਕ੍ਰੋਸ ਆਏਗੀ ਇਹ ਮੇਰੇ ਐਸਐਚ ਲੋਅਰ ਸਰਕਟ ਦੇ ਸੈੱਲ ਦੀ ਵੋਲਟੇਜ ਆ ਜੂ। Yes, sir. Yes, sir. ਇਹ Yes, sir. ਸਾਰਿਆਂ ਨੂੰ ਆ ਨੂਮੈਰੀਕਲ ਕਲੀਅਰ ਆ? Yes, sir. Yes, sir. Yes, sir. Yes, sir. Yes, sir. चलो नेक्स्ट न्यूमेरिकल, नेक्स्ट स्टेटमेंट देखो जल्दी जल्दी। कितना सीगा जी? 14. 14। ओके 14 15 दोनों टाइम ले जाने बेटा। चलो 14 ते 15 ਆਪਾਂ ਕਰਾਂਗੇ ਨੈਕਸਟ ਕਲਾਸ ਚ। ਗੱਲ ਸੁਣੋ ਧਿਆਨ ਨਾਲ ਮੇਰੀ, ਕੋਈ ਕੰਮ ਦੇਣ ਲੱਗਿਆ ਵਾ
ਤੁਹਾਨੂੰ ਟੈਸਟ ਕਿਹੜਾ ਕਿਹਾ ਤੇ ਕਦੋਂ ਕਿਹਾ? 3A 3B का था। ਉਹ ਚ ਥੋੜੀ ਚੇਂਜ ਇਹ ਕਰਨ ਲੱਗਿਆ 3A ਤੇ 3B ਦੇ ਸਿਰਫ ਨੂਮੈਰੀਕਲ ਦਾ ਟੈਸਟ ਹੋਣਾ ਵਾ 3A ਤੇ 3B ਦੇ ਸਿਰਫ ਔਰ ਸਿਰਫ ਨੂਮੈਰੀਕਲ ਦਾ ਟੈਸਟ ਹੋਣਾ ਤੁਹਾਡਾ ਠੀਕ ਹੈ ਜੀ Okay, Yes, sir. Okay, sir. ਸੋਲਵਡ ਅਨਸੋਲਵਡ ਸਾਰੇ ਸਿਰਫ ਨੂਮੈਰੀਕਲ ਓਕੇ Okay, sir. Yes, sir. Sir. Yes, sir. ਸਰ ਕੇਸ ਦੇਣ ਹੁਣ ਟੈਸਟ ਹੋਏਗਾ ਤੁਹਾਡਾ ਨੈਕਸਟ ਸੰਡੇ ਠੀਕ ਹੈ ਜੀ Okay, sir. Okay, sir. ਤੇ ਅਗਲਾ ਕੰਮ Okay, sir. ਜਿਹੜਾ ਮੈਨੂੰ ਮੰਡੇ ਕੀਤਾ ਚਾਹੀਦਾ ਨਹੀਂ ਤਾਂ ਮੈਂ ਮੰਡੇ ਫੇ ਕਲਾਸ ਚੋਂ ਕੱਢ ਕੇ ਦਿਖਾਉਂਗਾ ਜਿਹੜੇ ਨਹੀਂ ਕਰੋਗੇ 2C ਹੈਗਾ ਹੀਟਿੰਗ ਇਫੈਕਟ ਆਫ ਕਰੰਟ ਵਾਲਾ ਠੀਕ ਹੈ ਹੀਟਿੰਗ ਇਫੈਕਟ ਆਫ ਕਰੰਟ ਦੀ ਇਸ ਤੋਂ ਨੈਕਸਟ ਸ਼ੀਟ ਤੁਹਾਡੀ ਜਿਹੜੀ ਸ਼ੁਰੂ ਹੋਣੀ ਆ ਉਹਦੇ ਨੂਮੈਰੀਕਲ ਕੁਝ ਦੱਸਣ ਲੱਗਿਆ ਉਹਦੇ ਫਾਰਮੂਲੇ ਪੜੇ ਹੋਣ ਤੇ ਉਹਦੇ ਨੂਮੈਰੀਕਲ ਤੁਸੀਂ ਟਰਾਈ ਕਰੋਗੇ ਫਸਟ 10 ਨੂਮੈਰੀਕਲ 2C ਦੇ ਹੀਟਿੰਗ ਇਫੈਕਟ ਆਫ ਕਰੰਟ ਦੇ ਫਸਟ 10 ਨੂਮੈਰੀਕਲ ਮੈਨੂੰ ਹਰ ਨਿਆਣੇ ਦੇ ਟਰਾਈ ਕੀਤੇ ਚਾਹੀਦੇ ਮੈਂ ਤੁਹਾਨੂੰ ਦੱਸਦਾ ਸਮਝ ਲੱਗੀ Excuse me, sir. ਹਾਂਜੀ ਬੋਲੋ Sir, Sir, topic हैगा वाला ਕਿਹੜਾ ਬੁੱਤ ਹੀਟਿੰਗ ਇਫੈਕਟ heating effect वाला, sir. ਹੈਗਾ ਵਾ ਹੈਗਾ sir, first 10 numericals और क्या बोला आपने? ਫਸਟ 10 ਨੂਮੈਰੀਕਲ 2C ਦੇ ਹੀਟਿੰਗ ਇਫੈਕਟ ਵਾਲੇ ਦੇ ਨੈਕਸਟ ਸ਼ੀਟ ਦੇ ਉਹ ਮੰਡੇ ਨੂੰ ਟਰਾਈ ਕੀਤੇ ਹੋਣੇ ਚਾਹੀਦੇ ਸਾਰਿਆਂ ਦੇ Okay, sir. ਮਨਨ Okay, sir. ਮੈਸੇਜ ਪਾਏਗਾ ਮਨਨ Okay, sir. ਗਰੁੱਪ 'ਚ ਮੈਸੇਜ ਪਾਏਗਾ ਕਿ ਵੀ ਜਿਹੜਾ ਨੂਮੈਰੀਕਲ ਕਰੂਗਾ ਮੰਡੇ ਦੀ ਕਲਾਸ ਉਹੀ ਲਾਊਗਾ ठीक है, sir. ਟੈਸਟ ਦਾ ਮੈਸੇਜ ਵੀ ਪਾ ਦੇ ਤੇ ਇਹ ਵੀ ਮੈਸੇਜ ਪਾ ਦੇ ਓਕੇ Yes, sir. ਚਲੋ ਓਕੇ ਬੇਟਾ Thank you, sir. Thank you, sir. ਥੈਂਕ ਯੂ ਸਰ ਖੁਸ਼ ਰਹੋ ਬੇਟਾ ਖੁਸ਼ ਰਹੋ